2008 ਦੇ ਵਿੱਚ ਜੀ ਬਕਾਇਦਾ ਪੇਪਰ ਦੇ ਵਿੱਚ ਐਡ ਦਿੱਤੀ ਪਸ਼ੂ ਪਾਲਣ ਵਿਭਾਗ ਨੇ ਵੀ ਤੁਸੀਂ 20 ਰੁਪਈਆਂ ਦਾ ਸਾਥੋਂ ਲਓ ਮਹਿਕਮੇ ਤੋਂ 50 ਰੁਪਈਆਂ ਦਾ ਫਾਰਮਰ ਦੇ ਲਾਓ। ਠੀਕ ਹੈ ਜੀ, ਉਹਦੇ ਵਿੱਚ 30 ਰੁਪਏ ਤੁਹਾਡੇ ਨੇ। ਦੇਖੋ ਜੀ 14 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ 30 ਰੁਪਈਆਂ ਨਾਲ ਹੁਣ ਕਿੱਥੇ ਗੁਜ਼ਾਰਾ ਹੁੰਦਾ ਹੈਗਾ। ਹੁਣ ਵੀ ਉਨਾ ਹੀ, ਹੁਣ ਵੀ ਉਹੀ ਆ। ਹੁਣ ਵੀ ਉਹੀ ਕੁਛ ਹੈ ਜੀ। ਤੁਸੀਂ 14 ਸਾਲ ਦੀ ਗੱਲ ਕੀਤੀ ਆ, ਉਹ 'ਚ ਕਾਂਗਰਸ ਦੀ ਸਰਕਾਰ ਵੀ ਲੰਘੀ ਆ, ਸ਼੍ਰੋਮਣੀ ਅਕਾਲੀ ਦਲ ਵੀ ਲੰਘੀ ਆ, ਹੁਣ ਆਮ ਆਦਮੀ ਪਾਰਟੀ ਦਾ ਹੀ ਆ। ਪਹਿਲੀਆਂ ਸਰਕਾਰਾਂ ਨੂੰ ਤੁਸੀਂ ਕੋਈ ਮੰਗ ਪੱਤਰ ਦਿੱਤਾ ਹੋਵੇ, ਕੋਈ ਪ੍ਰਦਰਸ਼ਨ ਕੀਤਾ ਹੋਵੇ? ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਜੀ ਵੀ ਅਸੀਂ ਬੜੀਆਂ ਫੈਕਸਾਂ ਭਗਵੰਤ ਮਾਨ ਜੀ ਦੇ ਮਾਤਾ ਜੀ ਦੇ ਕੋਲ ਵੀ ਅਸੀਂ ਜਿਹੜਾ ਸਾਡਾ ਮੰਗ ਪੱਤਰ ਸੀ, ਉਹਨਾਂ ਦੇ ਡਰਾਈਵਰ ਕੋਲ ਵੀ ਅਸੀਂ ਉਹਨਾਂ ਦਾ ਮੰਗ ਪੱਤਰ ਸੀ ਕਿਸੇ ਨਾ ਕਿਸੇ ਰੂਪ 'ਚ ਭੇਜਣ ਦੀ ਕੋਸ਼ਿਸ਼ ਕੀਤੀ। ਸੀਐਮ ਸਾਹਿਬ ਸਾਨੂੰ ਖੁਦ ਮੀਟਿੰਗ ਨਹੀਂ ਦੇ ਸਕੇ, ਪਰ ਸਾਡੇ ਮਹਿਕਮੇ ਦੇ ਮੰਤਰੀ ਨੇ ਸਾਨੂੰ ਮੀਟਿੰਗਾਂ ਜ਼ਰੂਰ ਦਿੱਤੀਆਂ, ਪਰ ਕੋਈ ਹੱਲ ਨਹੀਂ ਨਿਕਲਿਆ। ਜਦ ਐਮਪੀ ਸਕਿਨ ਵੈਕਸੀਨ ਆਈ, ਉਹ ਮਹਿਕਮੇ ਦਾ ਅਸੀਂ ਨੇ ਪੂਰਾ ਸਾਥ ਦਿੱਤਾ ਜੀ, ਨਾਲ ਲੱਗ ਕੇ ਲਵਾਈ ਹੈਗੀ। ਸਾਰਾ ਮਹਿਕਮਾ ਕੰਮ ਸਾਥੋਂ ਪੂਰਾ ਲੈ ਰਿਹਾ ਜੀ, ਪਰ ਮਹਿਕਮਾ ਸਾਨੂੰ ਕੁਝ ਦੇ ਨਹੀਂ ਰਿਹਾ। ਤੁਸੀਂ ਤਾਂ ਜਿੰਦਰਾ ਲਾ ਰੱਖਿਆ ਪੱਕਾ, ਇੱਥੇ ਨਹੀਂ ਲੰਘਣਾ ਦਿੰਦੇ। ਇਹ ਤਾਂ ਪੱਕਾ ਜਿੰਦਰਾ ਜੀ, ਆਉਣ ਵਾਲੇ ਸਮੇਂ 'ਚ ਜੇ ਨਾ ਗੱਲ ਮੰਨੀ ਤਾਂ ਫਿਰ ਇਹਨਾਂ ਦੀ ਗੱਡੀਆਂ ਵੀ ਘੇਰਾਂਗੇ। ਸੀਐਮ ਸਾਹਿਬ ਜੇ ਸਾਡੀ ਕਿਤੇ ਮਾੜੀ ਮੋਟੀ ਵਿਕਾਰ ਸੁਣਦੇ ਨੇ ਤਾਂ ਉਹ ਦਿਨ ਯਾਦ ਕਰ ਲੈਣ ਜਦੋਂ ਸਾਨੂੰ ਸਾਡੇ ਕੋਲ ਬਹਿ ਕੇ ਮਿਲ ਕੇ ਗਏ ਸੀ ਤੇ ਵਾਅਦਾ ਕਰਕੇ ਗਏ ਸੀ ਲੰਡਨ ਦੀ ਟੈਂਕੀ ਤੇ ਵੀ ਸਾਡੀ ਸਰਕਾਰ ਜਦੋਂ ਆ ਗਈ ਪਹਿਲ ਦੇ ਤੌਰ ਤੇ ਸੋਚਾਂਗੇ। ਮੈਂ ਕਹਿੰਦਾ ਪਹਿਲ ਦੇ ਤੌਰ ਤੇ ਸਾਡਾ ਨਹੀਂ ਸੋਚਿਆ, ਚਲੋ ਹੁਣੇ ਸੋਚ ਲੈਣ। ਡਾਇਰੈਕਟਰ ਸਾਹਿਬ ਤੇ ਸਰਕਾਰ ਇਕੱਠੀ ਆ, ਸਰਕਾਰ ਕਹੇ ਤੇ ਡਾਇਰੈਕਟਰ ਨਾ ਕਰੇ ਇਹ ਵੀ ਨਹੀਂ ਹੋ ਸਕਦਾ, ਡਾਇਰੈਕਟਰ ਸਰਕਾਰ ਨਾਲ ਸੁਣੇ ਇਹ ਵੀ ਨਹੀਂ ਹੋ ਸਕਦਾ। ਦੇਖੋ ਇਹਨਾਂ ਦੀ ਖਿਚੜੀ ਆ ਦੋਨਾਂ ਦੀ। ਜਦੋਂ ਤੱਕ ਜੀ ਉਹ ਸਾਲ ਨਹੀਂ ਹਟਦੇ ਜੀ ਜਿਹੜਾ ਉੱਤੇ ਲਿਖਿਆ ਤੁਸੀਂ ਦਿਖਾ ਸਕਦੇ ਹੋ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ, ਜਦੋਂ ਤੱਕ ਤਨਖਾਹ ਨਹੀਂ ਲੱਗਦੀ ਜੀ ਉਦੋਂ ਤੱਕ ਬੈਠੇ ਹਾਂ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਦੇ ਵਿੱਚ ਵੱਡੇ ਵੱਡੇ ਧਰਨੇ ਲੱਗ ਰਹੇ ਨੇ, ਵੱਡੇ ਵੱਡੇ ਮੁਜ਼ਾਹਰੇ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਕਿਉਂਕਿ ਆਪਣੀਆਂ ਮੰਗਾਂ ਸੰਬੰਧੀ ਹਰ ਵਰਗ, ਹਰ ਜਥੇਬੰਦੀ ਕਹਿ ਰਹੀ ਹੈ ਕਿ ਨਵੀਂ ਸਰਕਾਰ ਆਈ ਆ, ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੇ ਉਤਰਨਗੇ। ਇਹ ਵਿਸ਼ਵਾਸ ਜਤਾਉਂਦੇ ਨੇ ਅਤੇ ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਲੱਗਦੇ ਨੇ, ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਪਹਿਲੇ 6 ਮਹੀਨਿਆਂ 'ਚ ਵੱਡੇ ਵੱਡੇ ਕੰਮ ਕੀਤੇ ਨੇ। ਉਹ ਕੰਮ ਕਿਹੜੇ? ਕਿਉਂਕਿ ਟੀਚਰ ਪੱਕੇ ਕੀਤੇ ਨੇ ਜਾਂ ਗੈਸਟ ਫੈਕਲਟੀ ਪ੍ਰੋਫੈਸਰ ਤੇ ਜਿਹੜੇ ਉਹ ਪੱਕੇ ਕਰ ਦਿੱਤੇ, ਜਾਨੀ ਕਿ ਵੱਡੇ ਵੱਡੇ ਕੰਮ ਪੰਜਾਬ ਸਰਕਾਰ ਕਰ ਰਹੀ ਆ। ਉਸ ਤੋਂ ਬਾਅਦ ਹੋਰ ਉਮੀਦਾਂ ਨੇ, ਹੋਰ ਵਰਗਾਂ ਨੂੰ ਵੀ ਉਮੀਦਾਂ ਨੇ ਕਿ ਅਸੀਂ ਪੱਕੇ ਹੋਵਾਂਗੇ। ਅਸੀਂ ਅੱਜ ਮੋਹਾਲੀ 'ਚ ਮੌਜੂਦ ਹਾਂ। ਮੋਹਾਲੀ 'ਚ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਇੱਕ ਵੱਡਾ ਧਰਨਾ ਚੱਲ ਰਿਹਾ, ਵੱਡਾ ਪ੍ਰਦਰਸ਼ਨ ਚੱਲ ਰਿਹਾ। ਪਸ਼ੂ ਪਾਲਣ ਵਿਭਾਗ ਦੇ ਅੱਗੇ, ਗੇਟ ਅੱਗੇ ਜਿਹੜਾ ਦਫ਼ਤਰ ਆ ਪਸ਼ੂ ਪਾਲਣ ਵਿਭਾਗ ਦਾ, ਇਸ ਦੇ ਗੇਟ ਦੇ ਬਿਲਕੁਲ ਅੱਗੇ ਮੋਹਾਲੀ 'ਚ ਇਹ ਧਰਨਾ ਪ੍ਰਦਰਸ਼ਨ ਜਾਰੀ ਆ, ਜਿੱਥੇ ਭੁੱਖ ਹੜਤਾਲ ਵੀ ਕੀਤੀ ਹੋਈ ਆ। ਧਰਨਾ ਪ੍ਰਦਰਸ਼ਨ ਕਿਹਨੇ ਲਾਇਆ? ਉਹ ਲਾਇਆ ਵੈਟਰਨਰੀ AI ਵਰਕਰ ਯੂਨੀਅਨ, ਪਸ਼ੂ ਪਾਲਣ ਵਿਭਾਗ ਪਟਿਆਲਾ, ਜਲੰਧਰ, ਜਾਣੀ ਕਿ ਪੂਰੇ ਪੰਜਾਬ ਦੇ ਸਾਰੇ ਡਿਸਟ੍ਰਿਕਾਂ 'ਚੋਂ, ਸਾਰੇ ਜ਼ਿਲ੍ਹਿਆਂ 'ਚੋਂ ਇੱਥੇ AI ਵਰਕਰ ਯੂਨੀਅਨ ਪੰਜਾਬ ਦੇ ਜਿਹੜੇ ਆਗੂ ਨੇ ਹਰ ਰੋਜ਼ ਪਹੁੰਚਦੇ ਨੇ ਅਤੇ ਭੁੱਖ ਹੜਤਾਲ ਤੇ ਵੀ ਬੈਠਦੇ ਨੇ। ਹਰ ਰੋਜ਼ ਬਦਲ ਕੇ ਭੁੱਖ ਹੜਤਾਲ ਤੇ ਬੈਠਦੇ ਨੇ। ਬਾਈ ਜੀ ਹੋਰਾਂ ਦੀ ਤਸਵੀਰਾਂ ਵੀ ਦਿਖਾਵਾਂਗੇ, ਜਿੱਥੇ ਪੂਰੇ ਪੰਜਾਬ 'ਚੋਂ ਇਹ ਆਗੂ ਇੱਥੇ ਪਹੁੰਚੇ ਹੋਏ ਨੇ। ਲਗਾਤਾਰ ਪ੍ਰਦਰਸ਼ਨ ਅੱਜ 10ਵਾਂ ਦਿਨ ਹੋ ਗਿਆ, ਜਾਣੀ ਕਿ 21 ਸਤੰਬਰ ਨੂੰ ਇਹ ਪ੍ਰਦਰਸ਼ਨ ਸ਼ੁਰੂ ਹੋਇਆ, ਇਹ ਭੁੱਖ ਹੜਤਾਲ ਸ਼ੁਰੂ ਹੋਈ। ਬਾਕੀ ਗੱਲਬਾਤ ਵੀ ਕਰਾਂਗੇ। ਬਾਈ ਜੀ ਹੋਰੀ ਮੌਜੂਦ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਹੁਸ਼ਿਆਰ ਸਿੰਘ ਜੀ। ਹੁਸ਼ਿਆਰ ਜੀ, ਕਿਹੜੀਆਂ ਮੰਗਾਂ ਨੇ ਤੁਹਾਡੀਆਂ? ਕਿਹੜੇ ਵਿਭਾਗ 'ਚ ਮਤਲਬ ਇੱਥੇ ਅਸੀਂ ਦੇਖਿਆ ਵੀ ਸਾਨੂੰ ਫ੍ਰੀ 'ਚ ਰੱਖਿਆ ਗਿਆ, ਕਿਹੜੇ ਵਿਭਾਗ 'ਚ ਰੱਖਿਆ ਗਿਆ ਸੀ? 2008 ਦੇ ਵਿੱਚ ਜੀ ਬਕਾਇਦਾ ਪੇਪਰ ਦੇ ਵਿੱਚ ਐਡ ਦਿੱਤੀ ਪਸ਼ੂ ਪਾਲਣ ਵਿਭਾਗ ਨੇ, ਅਸੀਂ AI ਵਰਕਰ ਰੱਖੇ ਗਏ। ਠੀਕ ਹੈ ਜੀ। ਉਹ ਇਹ ਸਕੀਮ ਤੀ ਸਾਨੂੰ ਉਸ ਟਾਈਮ 20 ਰੁਪਈਆਂ ਦਾ ਸੀਮਨ ਸਟਰਾ ਤੀ, ਜੋ ਮੱਝਾਂ ਤੇ ਗਾਵਾਂ ਦੇ ਲਾਇਆ ਜਾਂਦਾ ਵੀ ਤੁਸੀਂ 20 ਰੁਪਈਆਂ ਦਾ ਸਾਥੋਂ ਲਓ ਮਹਿਕਮੇ ਤੋਂ 50 ਰੁਪਈਆਂ ਦਾ ਫਾਰਮਰ ਦੇ ਲਾਓ। ਠੀਕ ਹੈ ਜੀ, ਉਹਦੇ ਵਿੱਚ 30 ਰੁਪਏ ਤੁਹਾਡੇ ਨੇ। ਦੇਖੋ ਜੀ 14 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ 30 ਰੁਪਈਆਂ ਨਾਲ ਹੁਣ ਕਿੱਥੇ ਗੁਜ਼ਾਰਾ ਹੁੰਦਾ ਹੈਗਾ। ਹੁਣ ਵੀ ਉਨਾ ਹੀ, ਹੁਣ ਵੀ ਉਹੀ ਆ। ਹੁਣ ਵੀ ਉਹੀ ਕੁਛ ਹੈ ਜੀ। ਹਾਂਜੀ। ਤੇ ਮਤਲਬ ਅਸੀਂ ਨੇ ਵੀ ਆਪਣੇ ਬੱਚੇ ਪਾਲਣੇ ਨੇ ਜੀ। ਠੀਕ ਹੈ, ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ। ਸਾਡੀ ਇਹ ਮੰਗ ਹੈ ਕਿ ਡਾਇਰੈਕਟਰ ਸਾਹਿਬ ਨੂੰ ਵੀ ਸਾਡਾ ਕੋਈ ਹੱਲ ਕੀਤਾ ਜਾਵੇ। ਠੀਕ ਹੈ, ਬਿਲਕੁਲ। ਤੁਸੀਂ 14 ਸਾਲ ਦੀ ਗੱਲ ਕੀਤੀ ਆ, ਉਹ 'ਚ ਕਾਂਗਰਸ ਦੀ ਸਰਕਾਰ ਵੀ ਲੰਘੀ ਆ, ਸ਼੍ਰੋਮਣੀ ਅਕਾਲੀ ਦਲ ਵੀ ਲੰਘੀ ਆ, ਹੁਣ ਆਮ ਆਦਮੀ ਪਾਰਟੀ ਦਾ ਹੀ ਆ। ਪਹਿਲੀਆਂ ਸਰਕਾਰਾਂ ਨੂੰ ਤੁਸੀਂ ਕੋਈ ਮੰਗ ਪੱਤਰ ਦਿੱਤਾ ਹੋਵੇ, ਕੋਈ ਪ੍ਰਦਰਸ਼ਨ ਕੀਤਾ ਹੋਵੇਗਾ? ਪਹਿਲੀਆਂ ਸਰਕਾਰਾਂ ਨੂੰ ਵੀ ਬਹੁਤ ਮੰਗ ਪੱਤਰ ਦਿੱਤੇ ਜੀ। 10 ਸਾਲ ਬਾਦਲ ਦੀ ਸਰਕਾਰ ਰਹਿ ਗਈ, 5 ਸਾਲ ਫਿਰ ਕਾਂਗਰਸ ਦੀ ਸਰਕਾਰ ਰਹਿ ਗਈ ਜੀ। ਹੁਣ ਭਗਵੰਤ ਮਾਨ ਦੀ ਸਰਕਾਰ ਆਈ ਆ, ਬੜੀ ਆਸ ਹੈ ਸਾਨੂੰ ਵੀ ਮਾਨ ਸਾਹਿਬ ਕੁਛ ਕਰਨਗੇ। ਠੀਕ ਹੈ ਜੀ। ਜਾਣੀ ਕਿ 14 ਸਾਲ ਤੋਂ ਉਸ ਤੋਂ ਬਾਅਦ ਕੋਈ ਭਰਤੀ ਕੀਤੀ ਪਸ਼ੂ ਪਾਲਣ ਵਿਭਾਗ ਨੇ? ਜਿਵੇਂ ਪਿੰਡਾਂ 'ਚ ਡਿਸਪੈਂਸਰੀਆਂ ਨੇ ਜਾਂ ਹਸਪਤਾਲ ਨੇ ਜੀ, ਉੱਥੇ ਸਟਾਫ ਦੀ ਬਹੁਤ ਘਾਟ ਆ, ਭਰਤੀ ਹੋਈ ਆ ਬਾਅਦ 'ਚੋਂ? ਭਰਤੀ ਹੋ ਰਹੀ ਹੈ ਜੀ, ਭਰਤੀ ਹੋ ਰਹੀ ਹੈ BO ਤੇ BI ਦੀ। ਠੀਕ ਹੈ ਜੀ। ਤੇ ਹੋਰ ਕੋਈ ਭਰਤੀ ਨਹੀਂ ਹੋ ਰਹੀ। ਤੁਹਾਡੀ ਪੋਸਟ ਆ AI ਪੋਸਟ ਆ ਤੁਹਾਡੀ? AI ਵਰਕਰ ਜੀ। ਆਰਟੀਫਿਸ਼ੀਅਲ ਇਨਸੈਮੀਨੇਟਰ, ਮਨਸੂਈ ਗਰਭਧਾਨ। ਠੀਕ
ਠੀਕ ਹੈ ਜੀ। ਯਾਨੀ ਕਿ ਇਹ 'ਚ ਕੋਈ ਭਰਤੀ ਨਹੀਂ ਹੋਈ ਉਸ ਤੋਂ ਬਾਅਦ? ਇਹ 'ਚ ਕੋਈ ਭਰਤੀ ਨਹੀਂ ਹੋਈ ਜੀ। ਤੇ ਮਹਿਕਮਾ ਸਾਥੋਂ ਕੰਮ ਪੂਰਾ ਲੈਂਦਾ, ਜਿਵੇਂ HS ਗਲ ਘੋਟੂ ਦੀ ਵੈਕਸੀਨ ਹੋ ਗਈ, ਮੂੰਹ ਖੁਰ ਦੀ ਵੈਕਸੀਨ ਹੋ ਗਈ, ਤੇ ਲੈਂਪੀ ਸਕਿਨ, ਜਿਵੇਂ ਹੁਣ ਪੰਜਾਬ ਦੇ ਵਿੱਚ ਇੰਨਾ ਕਹਿਰ ਆਇਆ ਸੀਗਾ ਗੋਕੇ ਤੇ ਗਾਵਾਂ ਦੇ ਵਿੱਚ ਲੈਂਪੀ ਸਕਿਨ ਵੈਕਸੀਨ ਆਈ, ਉਹ ਮਹਿਕਮੇ ਦਾ ਅਸੀਂ ਨੇ ਪੂਰਾ ਸਾਥ ਦਿੱਤਾ ਜੀ, ਨਾਲ ਲੱਗ ਕੇ ਲਵਾਈ ਹੈਗੀ। ਸਾਰਾ ਮਹਿਕਮਾ ਕੰਮ ਸਾਥੋਂ ਪੂਰਾ ਲੈ ਰਿਹਾ ਜੀ, ਪਰ ਮਹਿਕਮਾ ਸਾਨੂੰ ਕੁਝ ਦੇ ਨਹੀਂ ਰਿਹਾ। ਨਹੀਂ ਇਹਦਾ ਕੋਈ ਐਕਸਟਰਾ, ਜਿਵੇਂ ਤੁਸੀਂ ਉਹ ਕਹਿੰਦੇ ਸੀ ਵੀ 30 ਰੁਪਏ ਉਹ 'ਚੋਂ ਬਣਦੇ ਨੇ ਜੀ, ਇਹਦਾ ਕੋਈ ਐਕਸਟਰਾ ਦਿੰਦੇ ਨੇ? ਨਹੀਂ ਕੋਈ, ਉਹ ਤਾਂ ਫਾਰਮਰ ਤੋਂ ਲੈਂਦੇ ਆ ਜੀ, ਇਸ ਤਾਂ ਕੋਈ ਸਰਕਾਰ ਨਹੀਂ ਸਾਨੂੰ, ਮਹਿਕਮਾ ਨਹੀਂ ਕੋਈ ਦੇ ਰਿਹਾ ਹੈਗਾ ਕੁਝ ਵੀ, ਉਹ ਤਾਂ ਜ਼ਿਮੀਂਦਾਰ ਦੇ ਸਿਰ 'ਤੇ ਹੀ ਹੈ ਜੀ। ਦੇਖੋ ਅੱਛਾ, ਠੀਕ ਹੈ ਜੀ। ਯਾਨੀ ਕਿ ਤੁਹਾਨੂੰ ਮਹਿਕਮੇ ਨੇ ਕਦੇ ਕੁਝ ਨਹੀਂ ਦਿੱਤਾ? ਨਹੀਂ, ਮਹਿਕਮੇ ਨੇ ਕੁਝ ਨਹੀਂ ਦਿੱਤਾ ਜੀ ਕਦੇ। ਹਾਂਜੀ, ਫੀਸ ਭਰਦੇ ਹਾਂ ਜੀ ਅਸੀਂ, ਮਤਲਬ ਜਿੰਨੇ ਸਟਰਾ ਸਾਨੂੰ ਇਸ਼ੂ ਕੀਤੇ ਜਾਂਦੇ ਨੇ ਉਹਨਾਂ ਦੀ ਸਰਕਾਰੀ ਫੀਸ ਬਕਾਇਦਾ ਰਿਪੋਰਟ ਸਾਡੀ ਆਉਂਦੀ ਹੈ, ਉਹ ਭਰ ਦਿਆਂਗੇ ਅਸੀਂ। ਠੀਕ ਹੈ ਜੀ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਜਸਵਿੰਦਰ ਜੀ। ਜਸਵਿੰਦਰ ਜੀ, ਕਦੋਂ ਤੋਂ ਇਹ ਪ੍ਰਦਰਸ਼ਨ ਧਰਨਾ ਸ਼ੁਰੂ ਕੀਤਾ ਜੋ ਭੁੱਖ ਹੜਤਾਲ ਚੱਲ ਰਹੀ ਹੈ? ਇਹ ਸਾਡਾ ਜੀ 21 ਤਰੀਕ ਤੋਂ ਸਵੇਰ ਤੋਂ ਸ਼ੁਰੂ ਹੋਇਆ ਜੀ, ਤੇ ਨਾਲ ਇੰਨੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਨਵਾਂ ਸੀਗਾ, ਅਸੀਂ ਭੁੱਖ ਹੜਤਾਲ ਵੀ ਨਾਲ ਸ਼ੁਰੂ ਕੀਤੀ ਆ। ਸਾਡੇ ਵਰਕਰ ਨੇ ਜੀ ਰੈਗੂਲਰ ਭੁੱਖ ਹੜਤਾਲ ਤੇ ਬੈਠਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਰਾਤ ਨੂੰ ਵੀ ਸਾਡਾ ਤੁਸੀਂ ਦੇਖ ਰਹੇ ਹੋ ਉਰੀ ਪੈਣ ਦਾ, ਸੌਣ ਦਾ, ਖਾਣ ਪੀਣ ਦਾ ਸਾਰਾ ਜਿਹੜਾ ਕੰਮ ਆ ਇੱਥੇ ਹੀ ਆ। ਬਿਲਕੁਲ, ਅਸੀਂ ਦਫ਼ਤਰ ਦਾ ਗੇਟ ਦੇਖ ਰਹੇ ਸੀ, ਗੇਟ ਦੇ ਅੱਗੇ ਤੁਸੀਂ ਬੈਠ ਗਏ, ਯਾਨੀ ਕਿ ਗੇਟ ਨੂੰ ਪੂਰਾ ਬੰਦ ਕਰਤਾ। ਇੱਥੇ ਫਿਰ ਜਾਣ ਆਉਣ ਵਾਲਾ ਜਿਹੜੇ ਮਤਲਬ ਇੱਥੇ ਦੇ ਮੁਲਾਜ਼ਮ ਨੇ ਜਾਂ ਸਟਾਫ ਆ, ਉਹ ਕਿੱਥੋਂ ਦੀ ਜਾਂਦਾ ਜੀ? ਇੱਥੇ ਇਸ ਬਿਲਡਿੰਗ ਦੇ ਨਾ 2 ਗੇਟ ਨੇ ਜੀ। ਮੇਨ ਗੇਟ ਜਿਹੜਾ ਪਸ਼ੂ ਪਾਲਣ ਵਿਭਾਗ ਦਾ, ਉਹ ਇਹ ਗੇਟ ਆ ਜਿਹੜਾ ਸਾਡਾ ਅੱਗੇ ਪ੍ਰੋਪਰ ਬੰਦ ਕੀਤਾ ਹੋਇਆ। ਇੱਕ ਹੋਰ ਗੇਟ ਆ, ਉਹ ਮਤਲਬ ਕਿ ਕਿਸੇ ਹੋਰ ਵਿਭਾਗ ਦੇ ਇਨਕਮ ਟੈਕਸ ਵਾਲਿਆਂ ਦੇ ਵਿੱਚ ਦੀ ਹੋ ਕੇ ਜਾਂਦੇ ਨੇ ਜੀ। ਦੇਖੋ, ਜੇ ਉਹਨਾਂ ਦੀ ਘਾਟਾਂ ਸੀਗੀਆਂ, ਮਹਿਕਮੇ ਵਿੱਚ ਘਾਟਾਂ ਨੇ, ਤਾਂ ਹੀ ਸਾਨੂੰ ਉਹ ਭੇਜ ਨਹੀਂ ਸਕੇ, ਤਾਂ ਹੀ ਮਜਬੂਰੀ ਬੰਨੇ ਹੋਰ ਕਿਸੇ ਪਾਸੇ ਜਾਂਦੇ ਨੇ। ਸਾਡਾ ਮੇਨ ਗੇਟ ਘਿਰਿਆ ਹੋਇਆ ਜੀ। ਯਾਨੀ ਕਿ ਤੁਸੀਂ ਤਾਂ ਜਿੰਦਰਾ ਲਾ ਰੱਖਿਆ ਪੱਕਾ, ਇੱਥੇ ਨਹੀਂ ਲੰਘਣ ਦਿੰਦੇ? ਇਹ ਤਾਂ ਪੱਕਾ ਜਿੰਦਰਾ ਜੀ। ਆਉਣ ਵਾਲੇ ਸਮੇਂ 'ਚ ਜੇ ਨਾ ਗੱਲ ਮੰਨੀ ਤਾਂ ਫਿਰ ਇਹਨਾਂ ਦੀ ਗੱਡੀਆਂ ਵੀ ਘੇਰਾਂਗੇ ਜੀ। ਸਾਡਾ ਇਹ ਹੈਗਾ ਵੀ ਦੇਖੋ, ਅਸੀਂ ਹੁਣ ਸ਼ਾਂਤਮਈ ਤਰੀਕੇ ਨਾਲ ਕੰਮ ਕਰਦੇ ਹਾਂ। ਜੇ ਸਾਡੇ ਨਾਲ ਕੋਈ ਵਧੀਕੀ ਕਰਦੇ ਨੇ ਤਾਂ ਇਹਨਾਂ ਦੇ ਘਰਾਂ ਤੱਕ ਵੀ ਅਸੀਂ ਇਹਨਾਂ ਦੇ ਘਰ ਵੀ ਘੇਰਾਂਗੇ, ਗੱਡੀਆਂ ਵੀ ਘੇਰਾਂਗੇ, ਫਿਰ ਸਾਰਾ ਕੁਝ ਕਰਨਾ ਪੈਣਾ ਜੀ। ਕਿਉਂਕਿ 14 ਸਾਲ ਸਾਡੀ ਜ਼ਿੰਦਗੀ ਦੇ ਆਖਰੀ ਦੌਰ ਨੇ ਜੀ ਇਹ, ਕਿਉਂਕਿ ਸਾਡੀ ਪੂਰੀ ਜਵਾਨੀ, ਸਾਡੇ ਜੋਸ਼ ਸੀਗਾ ਜਿਹੜਾ ਕੰਮ ਕਰਨ ਦਾ, ਅਸੀਂ ਇੱਥੇ ਲੰਘ ਚੁੱਕੇ ਹਾਂ। ਹੁਣ ਸਾਡੇ ਕੋਲ ਕੰਮ ਸਿੱਖਣ ਦੀ ਸਮਰੱਥਾ ਵੀ ਨਹੀਂ, ਬੱਚਿਆਂ ਵਾਲੇ ਆ ਜੀ, ਤੇ ਹੁਣ ਗੁਜ਼ਾਰਾ ਵੀ ਇੱਥੋਂ ਹੋ ਨਹੀਂ ਰਿਹਾ, ਤੇ ਹੋਰ ਪਾਸੇ ਜਾ ਨਹੀਂ ਸਕਦੇ ਜੀ। ਬਿਲਕੁਲ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਕੋਈ ਮੁਲਾਕਾਤ ਹੋਈ ਹੋਵੇ, ਕੋਈ ਮੰਗ ਪੱਤਰ ਦਿੱਤਾ ਹੋਵੇ, ਜਾਂ ਪੰਜਾਬ ਸਰਕਾਰ ਨੂੰ ਦਿੱਤਾ ਤੁਸੀਂ? ਨਵੀਂ ਸਰਕਾਰ ਨੂੰ ਜੀ ਅਸੀਂ ਸਮੇਂ-ਸਮੇਂ ਤੇ, ਜਿਵੇਂ ਸਾਡੇ ਮੰਤਰੀ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ, ਉਸ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ, ਦੋਨਾਂ ਨੂੰ ਅਸੀਂ ਬਕਾਇਦਾ ਮਿਲਦੇ ਰਹੇ ਹਾਂ। ਇੱਕ ਵਾਰ ਨਹੀਂ ਜੀ, 10-10 ਵਾਰ ਹੀ ਮਿਲ ਲਏ ਕਮ ਸੇ ਕਮ। ਸਾਡੇ ਮਹਿਕਮੇ ਦੇ ਸੈਕਟਰੀ ਨੂੰ ਵੀ ਮਿਲੇ ਆ ਜੀ, ਮੰਗ ਪੱਤਰ ਦਿੱਤੇ ਨੇ, ਤੇ ਤਰਸ ਵੀ ਉਹਨੂੰ ਕਿਹਾ ਵੀ ਸਾਡੇ ਤੇ ਤਰਸ ਖਾਓ ਵੀ, ਹੁਣ ਤਾਂ ਬਹੁਤ ਸਾਲ ਹੋ ਗਏ। ਜੇ ਆਪਾਂ CM ਸਾਹਿਬ ਦੀ ਗੱਲ ਕਰੀਏ, ਜਦੋਂ CM ਸਾਹਿਬ ਨੂੰ ਪਹਿਲੀ ਵਾਰੀ MP ਦੀ ਟਿਕਟ ਮਿਲੀ ਸੀ, ਉਦੋਂ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਲਾਂਡਰਾ ਟੈਂਕੀ ਤੇ, ਤਾਂ ਉਹ ਰਸਤੇ ਦੇ ਵਿੱਚ ਆ ਕੇ ਆਪਣੀ ਗੱਡੀ ਖੜਾ ਕੇ ਸਾਨੂੰ ਮਿਲ ਕੇ ਸਾਡੀ ਪੂਰੀ ਗੱਲ ਸੁਣਨ ਤੋਂ ਬਾਅਦ ਸਾਨੂੰ ਆਸ਼ਵਾਸਨ ਦਿਵਾਇਆ ਵੀ ਜਿਸ ਦਿਨ ਸਾਡੀ ਸਰਕਾਰ ਆਈ ਤਾਂ ਤੁਹਾਡੇ ਨਾਲ ਇੰਨੀਆਂ ਵਧੀਕੀਆਂ ਨਹੀਂ ਹੋਣਗੀਆਂ, ਵੀ ਮੇਰੇ ਕਾਰਜਕਾਲ ਦੇ ਵਿੱਚ ਕਮ ਸੇ ਕਮ ਕੋਈ ਐਸਾ ਵਰਕਰ ਨਹੀਂ ਹੋਊਗਾ ਜਿਹੜਾ ਮਤਲਬ ਕਿ ਤੁਹਾਡੇ ਵਾਂਗੂ ਤਰਸੂਗਾ। ਪਰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਜੀ ਵੀ ਅਸੀਂ ਬੜੀਆਂ ਫੈਕਸਾਂ ਭਗਵੰਤ ਮਾਨ ਜੀ ਦੇ ਮਾਤਾ ਜੀ ਦੇ ਕੋਲ ਵੀ, ਅਸੀਂ ਜਿਹੜਾ ਸਾਡਾ ਮੰਗ ਪੱਤਰ ਸੀ, ਉਹਨਾਂ ਦੇ ਡਰਾਈਵਰ ਕੋਲ ਵੀ ਅਸੀਂ ਉਹਨਾਂ ਦਾ ਮੰਗ ਪੱਤਰ ਸੀ ਕਿਸੇ ਨਾ ਕਿਸੇ ਰੂਪ 'ਚ ਭੇਜਣ ਦੀ ਕੋਸ਼ਿਸ਼ ਕੀਤੀ। CM ਸਾਹਿਬ ਸਾਨੂੰ ਖੁਦ ਮੀਟਿੰਗ ਨਹੀਂ ਦੇ ਸਕੇ, ਪਰ ਸਾਡੇ ਮਹਿਕਮੇ ਦੇ ਮੰਤਰੀ ਨੇ ਸਾਨੂੰ ਮੀਟਿੰਗਾਂ ਜ਼ਰੂਰ ਦਿੱਤੀਆਂ, ਪਰ ਕੋਈ ਹੱਲ ਨਹੀਂ ਨਿਕਲਿਆ। ਤੇ ਉਦੋਂ ਦਾ ਅਸੀਂ ਇਹਨਾਂ ਨੂੰ ਯਾਦ ਕਰਾ ਦੇਣਾ ਚਾਹੁੰਦੇ ਹਾਂ ਜੀ ਵੀ ਇੰਨੇ ਸਾਲ ਹੋ ਗਏ, ਉਦੋਂ ਦੀ ਲਟਕਦੇ ਆ ਰਹੇ ਹਾਂ ਜੀ। ਸਾਡੇ ਖਰਚੇ ਤੇ ਮਹਿੰਗਾਈ ਹੈ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਹੈ, ਤੇ ਸਾਡੀ ਇਨਕਮ ਦਾ ਸੋਰਸ ਆ ਜਿਹੜਾ ਉਹ ਘਟਦਾ ਜਾਂਦਾ। ਬਿਲਕੁਲ। ਮਾਨ ਸਾਹਿਬ ਨੇ ਜਦੋਂ ਟੈਂਕੀ ਤੋਂ ਤੁਹਾਨੂੰ ਉਤਾਰਿਆ, ਕਿੰਨੇ ਸਾਲ ਦੀ ਗੱਲ ਹੋ ਗਈ ਉਹ? ਲਗਭਗ ਜੀ 8 ਸਾਲਾਂ ਦੀ ਗੱਲ ਹੋ ਗਈ ਜੀ, 8-9 ਸਾਲਾਂ ਦੀ MP ਦੀ ਟਿਕਟ ਨੂੰ। ਹਾਂਜੀ, ਲਗਭਗ 9 ਸਾਲ ਦੇ ਸਮਥਿੰਗ ਹੋ ਗਈ ਜੀ ਗੱਲ। ਪਰ ਜਦੋਂ ਮਿਲੋਗੇ ਫਿਰ ਇਹ ਗੱਲ ਨਾਲ ਯਾਦ ਕਰਾਵਾਂਗੇ ਵੀ ਉਹੀ ਹਾਂ ਜੀ ਅਸੀਂ? ਹਾਂਜੀ, ਬਿਲਕੁਲ ਯਾਦ ਕਰਾਵਾਂਗੇ ਜੀ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ CM ਸਾਹਿਬ ਜੇ ਸਾਡੀ ਕਿਤੇ ਮਾੜੀ ਮੋਟੀ ਵਿਕਾਰ ਸੁਣਦੇ ਨੇ ਤਾਂ ਉਹ ਦਿਨ ਯਾਦ ਕਰ ਲੈਣ ਜਦੋਂ ਸਾਨੂੰ ਸਾਡੇ ਕੋਲ ਬਹਿ ਕੇ ਮਿਲ ਕੇ ਗਏ ਸੀ, ਤੇ ਵਾਅਦਾ ਕਰਕੇ ਗਏ ਸੀ ਲਾਂਡਰਾ ਦੀ ਟੈਂਕੀ ਤੇ ਵੀ ਸਾਡੀ ਸਰਕਾਰ ਜਦੋਂ ਆ ਗਈ ਪਹਿਲ ਦੇ ਤੌਰ ਤੇ ਸੋਚਾਂਗੇ। ਮੈਂ ਕਹਿੰਦਾ ਪਹਿਲ ਦੇ ਤੌਰ ਤੇ ਸਾਡਾ ਨਹੀਂ ਸੋਚਿਆ, ਚਲੋ ਹੁਣੇ ਸੋਚ ਲੈਣ, ਫੇਰ ਵੀ ਅਸੀਂ ਧੰਨਵਾਦੀ ਹੋਵਾਂਗੇ ਜੀ। ਬਿਲਕੁਲ ਬਾਈ ਜੀ, ਅਸੀਂ ਵੀ ਖਬਰਾਂ ਬਹੁਤ ਕਰਦੇ ਹਾਂ, ਕਿਉਂਕਿ ਪਿੰਡਾਂ ਦੇ ਹਸਪਤਾਲ ਦੇਖਦੇ ਹਾਂ ਜਿਹੜੇ ਖਾਲੀ ਪਏ ਨੇ ਜੀ, ਸਟਾਫ ਵੱਲੋਂ ਬਹੁਤ ਅਧੂਰੇ ਨੇ, ਜਾਣੀ ਕਿ ਵੱਡੀਆਂ ਜਗ੍ਹਾ ਬਣੀਆਂ ਹੋਈਆਂ ਨੇ ਪੰਜਾਬ ਸਰਕਾਰ ਦੀਆਂ, ਪਰ ਘਾਟਾਂ ਨੇ। ਪਰ ਦੂਜੇ ਪਾਸੇ ਤੁਸੀਂ ਇੱਥੇ ਬੈਠੇ ਹੋ ਵੀ ਭਰਤੀ ਕਿਉਂ ਨਹੀਂ ਕਰ ਰਹੀ? ਕੀ ਲੱਗਦੀ ਹੈ ਮਨਸਾ ਸਰਕਾਰਾਂ ਦੀ ਤੁਹਾਨੂੰ? ਦੇਖੋ, ਪਿਛਲੀਆਂ ਸਰਕਾਰਾਂ ਨੇ ਜਿਵੇਂ ਸਾਨੂੰ ਰੱਖਿਆ, ਜਿਸ ਪ੍ਰੋਜੈਕਟ ਅਧੀਨ, ਸਵੈ ਰੋਜ਼ਗਾਰ ਅਧੀਨ ਸਾਨੂੰ ਰੱਖ ਲਿਆ, ਮਤਲਬ ਕਿ ਪਿੰਡਾਂ ਦੇ ਵਿੱਚ ਮੰਨ ਲਓ ਜਦੋਂ ਅਸੀਂ ਦਫ਼ਤਰ 'ਚ ਬੈਠ ਕੇ ਅਸੀਂ ਕੰਮ ਕਰਦੇ ਹਾਂ, ਉਹਨਾਂ ਦੇ ਮੁਤਾਬਕ ਤਾਂ ਇਹ ਸੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮ ਹਾਂ,
ਤੇ ਸਾਤੋਂ ਉਹ ਕੰਮ ਮਤਲਬ ਕਿ ਕਰਾਉਂਦੇ ਰਹੇ, ਲੱਗਦਾ ਰਿਹਾ ਮਤਲਬ ਕਿ ਮਹਿਕਮੇ 'ਚ ਵੀ ਬੰਦੇ ਹੈਗੇ ਨੇ। ਸਾਡੀ ਗਿਣਤੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸਮਥਿੰਗ 900 ਸੀ ਜੀ, ਜਿਹੜੀ ਹੁਣ ਘਟਦੇ ਕੰਮ ਛੱਡਦੇ ਦੇਖੋ ਫ੍ਰੀ ਦਾ ਬੰਦਾ ਕਿੱਥੇ ਕਰ ਸਕਦਾ। ਅਸੀਂ ਵੀ ਫਸੇ ਹੋਏ ਆ, ਕੰਮ ਕੋਈ ਹੋਰ ਸਾਨੂੰ ਮਿਲਿਆ ਨਹੀਂ ਮੌਕੇ ਤੇ। ਹੁਣ ਸਾਡੇ ਕਿ ਛੱਡ ਕੇ ਕੰਮ ਦੇ ਕੇ ਬਹੁਤ ਛੱਡ ਗਏ ਜੀ, ਹੁਣ 450 ਗਿਣਤੀ ਹੈ ਜੀ ਸਾਡੀ ਟੋਟਲ, ਮਤਲਬ ਕਿ ਅੱਧ 'ਚ ਰਹਿ ਗਏ ਜੀ, ਬਹੁਤ ਮੁੰਡੇ ਕੰਮ ਛੱਡ ਗਏ ਜੀ। ਦੇਖੋ ਜੇ ਸਰਕਾਰ ਸਾਨੂੰ ਕੁਝ ਦਿੱਤਾ ਹੁੰਦਾ, ਮਹਿਕਮੇ ਨੇ ਸਾਨੂੰ ਐਡਜਸਟ ਕੀਤਾ ਹੁੰਦਾ ਤਾਂ ਕਿਹਦਾ ਦਿਲ ਕਰਦਾ ਜੀ ਸੜਕਾਂ ਤੇ ਆ ਕੇ ਬੈਠਣ ਨੂੰ। ਸਾਡੀ ਲੋੜ ਤਾਂ ਹੈਗੀ ਹਸਪੀਟਲ 'ਚ, ਲੋੜ ਤਾਂ ਅੱਜ ਦੇ ਸੀਜ਼ਨ ਦੇਖੋ ਜੀ, ਹੁਣ ਦੇ ਟਾਈਮ 'ਚ ਮੈਂ ਦੱਸਣਾ ਜੀ, ਜਿਹੜੇ ਗੱਭਣ ਦੇ ਟੀਕੇ ਨੇ ਸਭ ਤੋਂ ਜ਼ਿਆਦਾ ਲੱਗਦੇ ਨੇ, ਕਿਉਂਕਿ ਇਹ ਮੌਸਮ ਗਰਮੀ ਤੋਂ ਬਾਅਦ ਠੰਡਾ ਹੋਣਾ ਸ਼ੁਰੂ ਹੁੰਦਾ। ਤੇ ਸਾਡੀ ਲੋੜ ਤਾਂ ਹੈਗੀ ਇੱਕ ਫਾਰਮਰ ਨੂੰ। ਫਾਰਮਰ ਅੱਜ ਪਸ਼ੂ ਪਾਲਕ ਕਿੱਥੋਂ ਤੋਂ ਕਿੱਥੇ ਆ ਗਿਆ, ਕਿੱਡੇ ਘਾਟੇ ਚਲਾ ਗਿਆ, ਕਿੰਨੇ ਪਸ਼ੂ ਮਰ ਗਏ ਜੀ। ਮਤਲਬ ਉੱਥੇ ਵੀ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਹਾਂ। ਨਹੀਂ ਵੈਸੇ ਜਸਵਿੰਦਰ ਜੀ, ਯੋਗਤਾ ਅਨੁਸਾਰ ਗੱਲ ਕਰੀਏ, ਯੋਗਤਾ ਤੁਹਾਡੀ ਪ੍ਰੋਪਰ ਆ ਪੂਰੀ, ਮਤਲਬ ਐਲੀਜੀਬਲ? ਜਿੰਨੇ ਬੰਦੇ ਜੀ ਇੱਥੇ 450 ਬੰਦਾ ਬੈਠਾ ਅੱਜ ਜੋ ਲਾਈਵ ਕੰਮ ਕਰ ਰਿਹਾ, ਜੋ ਮਹਿਕਮੇ ਦੀਆਂ ਹਦਾਇਤਾਂ ਸੀਗੀਆਂ, ਸ਼ਰਤਾਂ ਸੀਗੀਆਂ, ਉਹਨੂੰ ਪਾਰ ਕਰਨ ਤੋਂ ਬਾਅਦ ਆਇਆ ਜੀ। ਇਹ ਜਦੋਂ ਸਾਨੂੰ ਰੱਖਿਆ, ਸਾਡਾ ਮਤਲਬ ਇਸ਼ਤਿਹਾਰ ਆਇਆ ਸੀਗਾ ਜੀ, ਉਦੋਂ ਰੱਖਿਆ ਤਾਂ ਘੱਟੋ ਘੱਟ 20,000 ਬੰਦਿਆਂ ਨੇ ਇੰਟਰਵਿਊ ਦਿੱਤੀ ਸੀ ਤੇ ਜਿਹਦੇ ਵਿੱਚੋਂ ਅਸੀਂ 800-900 ਸਿਲੈਕਟ ਹੋਏ ਸੀ। 800-900 ਨੇ ਟ੍ਰੇਨਿੰਗ ਕੀਤੀ ਆ, 800-900 ਨੇ ਮਤਲਬ ਕਿ ਫੀਲਡ ਦੀ ਟ੍ਰੇਨਿੰਗ ਸ਼ੋ ਕੀਤੀ ਆ। 800-900 ਦੀ ਜਿੰਨੇ ਵੀ ਮਤਲਬ ਕਿ ਸਾਡੇ ਟਾਰਗੇਟ ਸੀ ਉਹ ਪੂਰੇ ਕੀਤੇ ਨੇ। ਸਾਡੀਆਂ ਇੱਕ ਐਪਸ ਦੇ ਵਿੱਚ ਸਾਡੀ ਆਈਡੀ ਬਣਦੀਆਂ, ਉਹ ਆਈਡੀਆਂ ਨੇ ਬਕਾਇਦਾ ਸਾਡੇ ਕੋਲ ਪ੍ਰੂਫ ਨੇ, ਜਿਹੜੇ ਕੰਮ ਸਾਤੋਂ ਲਿਖਤੀ ਰੂਪ 'ਚ ਕਰਵਾਏ ਅੰਡਰ ਹਾਂਜੀ ਬਿਲਕੁਲ। ਜਾਨੀ ਕਿ ਉਸ ਤੋਂ ਬਾਅਦ ਕੋਈ ਸਾਰ ਨਹੀਂ ਲਈ, 14 ਸਾਲ ਲੰਘ ਗਏ, ਮਤਲਬ ਉਸ ਤੋਂ ਬਾਅਦ ਕੋਈ ਤੁਹਾਨੂੰ ਉਹ ਨਹੀਂ ਕੀਤਾ? ਬਿਲਕੁਲ ਨਹੀਂ ਜੀ, 14 ਸਾਲ ਮਤਲਬ ਕਿ ਸਾਲ ਵੱਧਦੇ ਗਏ, 9 ਤੋਂ 10 ਤੋਂ 14 ਪਹੁੰਚੇ ਸਾਲ ਵਧੀ ਗਏ, ਪਰ ਸਾਰ ਕਿਸੇ ਨੇ ਲਿੱਤੀ, ਟਾਲ ਮਟੋਲ ਦੀ ਨੀਤੀ। ਦੇਖੋ ਡਾਇਰੈਕਟਰ ਸਾਹਿਬ ਤੇ ਸਰਕਾਰ ਇਕੱਠੀ ਆ, ਸਰਕਾਰ ਕਹੇ ਤੇ ਡਾਇਰੈਕਟਰ ਨਾ ਕਰੇ ਇਹ ਵੀ ਨਹੀਂ ਹੋ ਸਕਦਾ, ਡਾਇਰੈਕਟਰ ਸਰਕਾਰ ਨਾਲ ਸੁਣੇ ਇਹ ਵੀ ਨਹੀਂ ਹੋ ਸਕਦਾ। ਦੇਖੋ ਇਹਨਾਂ ਦੀ ਖਿਚੜੀ ਆ ਦੋਨਾਂ ਦੀ, ਸਰਕਾਰ ਕਹਿੰਦੀ ਹੈ ਵੀ ਤੂੰ ਟਾਲ ਕੇ ਰੱਖ, ਇਹ ਟਾਲਦੇ ਨੇ। ਇਸ ਕਰਕੇ ਅਸੀਂ ਪੱਕਾ ਮੋਰਚਾ ਲਾ ਲਿਆ ਉਰੇ, ਜਿੰਨਾ ਟਾਈਮ ਸਾਡੇ 'ਚ ਦਮ ਆ, ਜਿੰਨਾ ਟਾਈਮ ਅਸੀਂ ਜਿਉਂਦੇ ਆ, ਕਿਉਂਕਿ ਅਸੀਂ ਘਰੇ ਵੀ ਫਰੀ ਆ, ਅਸੀਂ ਬੈਠਾਂਗੇ ਇਸ ਦਫ਼ਤਰ ਦੇ ਇਸ ਗੇਟ 'ਤੇ ਨਹੀਂ ਨਿਕਲ ਦਿੰਦੇ। ਇਹ ਸਾਡਾ ਇੱਕ ਰੋਸ ਆ। ਬਿਲਕੁਲ, ਅਸੀਂ ਦੇਖ ਰਹੇ ਸੀ ਸਾਰਾ ਸਿਸਟਮ ਤੁਸੀਂ ਇੱਥੇ ਖਾਣ ਪੀਣ ਦਾ ਇੱਥੇ ਪ੍ਰਬੰਧ ਕਰਦੇ ਹੋ, ਇੱਥੇ ਤਿਆਰ ਕਰਦੇ ਹੋ? ਹਾਂਜੀ, ਮਤਲਬ ਕਿ ਦੇਖੋ ਤੁਹਾਨੂੰ ਪਤਾ ਘਰ ਤੋਂ ਬਾਅਦ ਖਾਣਾ ਕਿਹੋ ਜਿਹਾ ਹੁੰਦਾ, ਪਰ ਅਸੀਂ ਜਿਹੋ ਜਿਹਾ ਵੀ ਮਿਲਦਾ ਅਸੀਂ ਆਪ ਤਿਆਰ ਕਰਦੇ ਹਾਂ। ਸਾਡੇ ਟੈਂਟ ਨੇ, ਗੱਦੇ ਨੇ, ਸਪੀਕਰ ਆ, ਜੋ ਸਾਡਾ ਸਮਾਨ ਆ ਅਸੀਂ ਲੈ ਲਿਆ। ਇਹ ਸਾਡਾ ਇੱਕ ਯੂਨੀਅਨ ਨੇ ਸਾਡਾ ਘਰ ਬਣਾ ਲਿਆ। ਮੀਂਹ ਆਵੇ, ਤੂਫਾਨ ਆਵੇ, ਪਿਛਲੇ 4 ਦਿਨ ਦੇਖ ਲਓ ਮੀਂਹ ਕਿੰਨਾ ਪਿਆ ਜੀ, ਅਸੀਂ ਦਿਨ ਰਾਤ ਉਰੇ ਪਿਆ ਜੀ ਗਿੱਲੀਆਂ ਦਰੀਆਂ ਤੇ। ਭੁੱਖ ਹੜਤਾਲ ਫਿਰ ਹਰ ਰੋਜ਼ ਅਲੱਗ-ਅਲੱਗ ਭੁੱਖ ਹੜਤਾਲ ਤੇ ਬੈਠਦੇ? ਹਾਂਜੀ, ਉਹ ਅਲੱਗ ਬੰਦੇ ਬੈਠਦੇ ਨੇ, ਸਾਡੇ ਸਾਥੀ ਨਹੀਂ ਰਹੇ, ਅਲੱਗ ਰੋਜ਼ ਬੈਠਦੇ ਨੇ ਜੀ। ਹਾਂਜੀ, ਬਾਕੀ ਕਿਵੇਂ ਦਾ ਸਿਸਟਮ ਆ? ਸਪੀਕਰ ਵੀ ਲੱਗੇ ਹੋਏ ਨੇ, ਸੰਬੋਧਨ ਵੀ ਕਰਦੇ ਹੋ ਇੱਥੇ, ਸਟੇਜ ਵੀ ਲਾਉਂਦੇ ਹੋ ਤੁਸੀਂ? ਦੇਖੋ ਜੀ, ਅਸੀਂ ਇੱਥੇ ਦੇ ਮਾਹੌਲ ਨੂੰ ਦੇਖਦੇ ਹੋਏ ਪਬਲਿਕ ਆਲੇ ਦੁਆਲੇ ਅਸੀਂ ਡਿਸਟਰਬ ਨਹੀਂ ਕਰਦੇ ਜੀ, ਕਿਉਂਕਿ ਸਾਡੇ ਸ਼ਾਂਤੀਪੂਰਵਕ ਰੋਸ ਆ। ਅਸੀਂ ਸਵੇਰੇ ਸਿਰਫ 20-25 ਮਿੰਟ ਸਟੇਜ ਚਲਾਉਣੇ ਆ ਤੇ ਸ਼ਾਮ ਦੇ ਟਾਈਮ ਜਦੋਂ ਸਟਾਫ ਆਉਂਦਾ ਜਾਂਦਾ ਉਦੋਂ ਸਟੇਜ ਚਲਾਉਣੇ ਆ, ਕਿਉਂਕਿ ਅਸੀਂ ਨਹੀਂ ਕਹਿੰਦੇ ਵੀ ਅਸੀਂ ਵਾਤਾਵਰਣ ਦੇ ਪ੍ਰੇਮੀ ਆ ਜੀ, ਅਸੀਂ ਪਿੰਡਾਂ 'ਚ ਦਰਖਤ ਲਾਉਣੇ ਆ, ਬਹੁਤ ਕੁਝ ਕਰਦੇ ਆ, ਅਸੀਂ ਪੋਲਿਊਸ਼ਨ ਨਹੀਂ ਫੈਲਾਉਣਾ ਚਾਹੁੰਦੇ। ਇਸ ਕਰਕੇ ਸਟੇਜ ਉਨੀ ਕੁ ਰੱਖੀ ਹੋਈ ਆ ਜਿੰਨੀ ਕਿ ਇਹਨਾਂ ਨੂੰ ਜਾਗਦੇ ਕਹਿ ਸਕੀਏ ਵੀ ਜਾਗਦੇ ਰਹੋ, ਇੰਨੀ ਕੁ ਸਟੇਜ ਚਲਾਉਣੇ ਆ। ਬਾਕੀ ਜ਼ਿਆਦਾ ਸਾਡਾ ਸਟੇਜ ਦਾ ਹੁੰਦਾ ਨਹੀਂ, ਅਸੀਂ ਬੈਠੇ ਹਾਂ ਜੀ ਸ਼ਾਂਤੀ ਤਰੀਕੇ। ਬਿਲਕੁਲ। ਕਦੋਂ ਤੱਕ ਧਰਨਾ ਚੱਲੂ ਤੁਹਾਡਾ? ਜਦੋਂ ਤੱਕ ਜੀ ਉਹ ਸਾਲ ਨਹੀਂ ਹਟਦੇ ਜੀ, ਜਿਹੜਾ ਉੱਤੇ ਲਿਖਿਆ ਤੁਸੀਂ ਦਿਖਾ ਸਕਦੇ ਹੋ, ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਆ। ਜਦੋਂ ਤੱਕ ਤਨਖਾਹ ਨਹੀਂ ਲੱਗਦੀ ਜੀ ਉਦੋਂ ਤੱਕ ਬੈਠੇ ਆ, ਚਾਹੇ ਕੱਲ ਨੂੰ ਲਾ ਲੈਣ, ਚਾਹੇ 2-4 ਸਾਲਾਂ ਬਾਅਦ ਲੈਣ, ਬੈਠਣਾ ਅਸੀਂ ਉਰੀ ਹੈ ਜੀ। ਬਿਲਕੁਲ ਜੀ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਸਤਵਿੰਦਰ ਸਿੰਘ ਜੀ। ਅੱਛਾ, ਕਿੱਥੋਂ ਵੀ ਜੀ? ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਜੀ। ਠੀਕ ਹੈ। ਅੱਛਾ, ਪੂਰੇ ਪੰਜਾਬ ਦੇ ਆਗੂ ਬੈਠੇ ਨੇ? ਪੰਜਾਬ ਦੇ ਸਾਰੇ ਪੰਜਾਬ ਤੋਂ ਤੁਸੀਂ? ਹਾਂ, ਸਾਰੇ ਪੰਜਾਬ ਦੇ ਜੀ, ਮਾਨਸਾ, ਮੋਗਾ, ਬਠਿੰਡਾ, ਸਾਰੇ ਜ਼ਿਲ੍ਹੇ ਇੱਥੇ ਆਉਂਦੇ ਨੇ ਤੇ ਸਾਰੇ ਬਦਲ ਕੇ ਡਿਊਟੀਆਂ ਲਾਉਣੇ ਆ ਅਸੀਂ। ਤੇ ਅੱਜ ਜਿਵੇਂ ਸੰਗਰੂਰ ਦੀ ਡਿਊਟੀ ਆ ਤੇ ਨਾਲ ਸਾਡੇ ਫਾਜ਼ਿਲਕਾ ਦੇ ਬੈਠੇ ਆ। ਠੀਕ ਹੈ, ਮਤਲਬ ਅਸੀਂ ਇੱਥੇ ਹੀ ਬੈਠਾਂਗੇ ਜਿੰਨਾ ਚਿਰ ਸਾਡੀਆਂ ਤਨਖਾਹਾਂ ਨਹੀਂ ਲੱਗਦੀਆਂ। ਹੁਣ ਤਾਂ ਮਨ ਬਣਾ ਲਿਆ ਪੂਰਾ ਵੀ ਪ੍ਰਦਰਸ਼ਨ ਚੱਲਦਾ ਹੀ ਰਹੂ? ਪੂਰਾ ਮਨ ਬਣਾ ਲਿਆ ਜੀ, ਅਸੀਂ ਨਹੀਂ ਇੱਥੋਂ ਜਾਂਦੇ। ਕਿਉਂਕਿ ਗੇਟ ਵੀ ਆ ਜੀ, ਮੇਨ ਦਫ਼ਤਰ ਆ, ਗੇਟ ਨੂੰ ਜਿੰਦਰਾ ਲਾ ਰੱਖਿਆ ਤੁਸੀਂ? ਹਾਂਜੀ, ਜਿੰਦਰਾ ਲਾ ਰੱਖਿਆ, ਅਸੀਂ ਨਹੀਂ ਖੋਲਦੇ ਹੈਗੇ ਜਿੰਨਾ ਚਿਰ ਸਾਡਾ ਕੋਈ ਸੁਣਦੇ ਨਹੀਂ। ਇਹ ਸਰਕਾਰਾਂ ਨਹੀਂ ਸੁਣਦੀਆਂ, ਡਾਇਰੈਕਟਰ ਨਹੀਂ ਸੁਣਦਾ ਸਾਡੀ। ਬੜੀਆਂ ਮੀਟਿੰਗਾਂ ਕਰੀਆਂ ਨੇ ਅਸੀਂ, ਪਰ ਸਾਨੂੰ ਲਾਰੇ ਤੇ ਲਾਰਾ ਲਾਉਂਦੇ ਆ ਰਹੇ ਆ ਸਾਨੂੰ। ਹਾਂਜੀ, ਕੀ ਲੱਗਦਾ ਮਾਨ ਸਰਕਾਰ ਤੋਂ ਆਸ ਲੱਗਦੀ ਹੈ? ਕਿਉਂਕਿ ਮਾਨ ਸਰਕਾਰ ਦੇ 6 ਮਹੀਨੇ ਪੂਰੇ ਹੋਏ ਨੇ, ਬਹੁਤ ਪੱਕੇ ਕਰੇ ਨੇ, ਟੀਚਰ ਵੀ ਕੁਝ ਪੱਕੇ ਕੀਤੇ ਨੇ, ਪ੍ਰੋਫੈਸਰ ਪੱਕੇ ਕੀਤੇ ਨੇ। ਕੀ ਲੱਗਦਾ ਨੰਬਰ ਲੱਗੂ ਤੁਹਾਡਾ ਵੀ? ਦੇਖੋ, ਉਮੀਦ ਤਾਂ ਕਰਦੇ ਆ ਕਿ ਜਿਵੇਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਪਹਿਲ ਦੇ ਆਧਾਰ ਤੇ ਸੁਣਾਂਗੇ ਅਸੀਂ, ਤੇ ਸਾਡੇ ਟੈਂਕੀ ਤੇ ਵੀ ਇੱਧਰ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਟੈਂਕੀ ਤੇ ਵੀ ਸਾਨੂੰ ਕਿਹਾ ਸੀਗਾ। ਠੀਕ ਹੈ। ਜਾਨੀ ਕਿ ਮਾਨ ਸਾਹਿਬ ਨੂੰ ਯਾਦ ਕਰਾਵਾਂਗੇ ਵੀ ਟੈਂਕੀ ਤੇ ਤੁਸੀਂ ਲਾਹਿਆ ਤੇ ਜੀ ਹੁਣ ਸਰਕਾਰ ਆ ਗਈ। ਹਾਂ, ਸਰਕਾਰ ਆ ਗਈ ਤੇ ਵੀ ਹੁਣ ਸਾਡਾ ਕੁਝ ਨਾ ਕੁਝ ਹੱਲ ਕਰੋ। 14 ਸਾਲਾਂ ਤੋਂ ਅਸੀਂ ਇੱਕਣੇ ਬੈਠੇ ਹਾਂ ਜੀ, ਹੁਣ ਮਹਿੰਗਾਈ ਕਿੱਥੇ ਚਲੀ ਗਈ, ਅਸੀਂ ਕਿਵੇਂ ਦੱਸੋ ਪਰਿਵਾਰ ਦਾ ਗੁਜ਼ਾਰਾ ਕਰੀਏ?
ਯਾਨੀ ਕਿ ਪਿੰਡਾਂ 'ਚੋਂ ਤੁਸੀਂ ਪਸ਼ੂਆਂ ਦਾ ਇਲਾਜ ਕਰਕੇ ਹੀ ਕਮਾਉਂਦੇ ਹੋ ਜਿੰਨਾ ਕੁ ਕਮਾਉਂਦੇ ਹੋ। ਦੇਖੋ ਇਲਾਜ ਨਹੀਂ, ਅਸੀਂ ਤਾਂ ਏਆਈ ਕਰਦੇ ਹਾਂ ਜੀ। ਹਾਂ, ਇਲਾਜ ਨਹੀਂ ਕਰਦੇ, ਅਸੀਂ ਏਆਈ ਦਾ ਕੰਮ ਕਰਦੇ ਹਾਂ ਕਿਉਂਕਿ ਸਾਨੂੰ ਏਆਈ ਲਈ ਰੱਖਿਆ ਗਿਆ। ਹਾਂ, ਇਲਾਜ ਨਹੀਂ ਕਰਦੇ ਹੈਗੇ। ਬਾਕੀ ਹੈਲਪ ਅਸੀਂ ਕੀਤੀ ਆ ਲੰਪੀ ਸਕਿਨ 'ਚ ਸਾਰੇ ਡਾਕਟਰਾਂ ਨਾਲ ਰਹਿ ਕੇ ਅਸੀਂ ਉਹਨਾਂ ਨਾਲ ਹੈਲਪ ਕੀਤੀ ਆ। ਟੀਕੇ ਭਰ ਕੇ ਦਿੰਦੇ ਤੀ ਉਹਨਾਂ ਨੂੰ, ਨਾਲ ਟੀਮਾਂ ਬਣਾ ਕੇ ਅਸੀਂ ਜਾਂਦੇ ਰਹੇ ਉਹਨਾਂ ਦੇ। ਹਾਂ, ਪੂਰੀ ਹੈਲਪ ਕੀਤੀ ਅਸੀਂ ਡਾਕਟਰਾਂ ਦੀ। ਬਿਲਕੁਲ ਜੀ। ਸੋ AI ਵੈਟਰਨਰੀ ਜਿਹੜਾ ਸਟਾਫ ਆ ਯੂਨੀਅਨ ਪੰਜਾਬ ਆ ਮੋਹਾਲੀ 'ਚ ਬੈਠੇ ਨੇ, ਪੱਕਾ ਪ੍ਰਦਰਸ਼ਨ ਕਰ ਰਹੇ ਨੇ, ਭੁੱਖ ਹੜਤਾਲ ਤੇ ਬੈਠਦੇ ਨੇ। ਬਾਈ ਯੂਰੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ, ਜਾਣੀ ਕਿ ਹਰ ਰੋਜ਼ ਬਦਲ ਕੇ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ ਜੀ। ਅੱਜ ਭੁੱਖ ਹੜਤਾਲ ਤੇ ਬੈਠੇ ਹੋ ਜੀ? ਹਾਂ ਵੀਰ ਜੀ। ਕੁਛ ਨਹੀਂ ਖਾਦਾ ਪੀਤਾ ਫਿਰ ਸਵੇਰ ਤੋਂ ਸ਼ਾਮ ਤੱਕ ਹੁਣ? ਹਾਂਜੀ ਹਾਂਜੀ। ਠੀਕ ਹੈ। ਕਿਵੇਂ ਦੇਖਦੇ ਹੋ ਗੁਰਪ੍ਰੀਤ ਜੀ, ਮਤਲਬ 14 ਸਾਲ ਤੋਂ ਤੁਹਾਨੂੰ ਕਿਹਾ ਜਾਂਦਾ ਵੀ ਮਤਲਬ ਫ੍ਰੀ 'ਚ ਕੰਮ ਕਰ ਰਹੇ ਹੋ ਤੁਸੀਂ ਸਾਰੇ? ਬਿਲਕੁਲ ਜੀ। ਠੀਕ ਹੈ। ਪਹਿਲਾਂ ਮਤਲਬ ਸਾਨੂੰ ਬਣ ਵੀ ਜਾਂਦੇ ਸੀ, ਜਿਹੜੇ 30 ਰੁਪਏ ਦੀ ਬਾਈ ਜੀ ਗੱਲ ਕਰ ਰਹੇ ਸੀ, 20 ਰੁਪਏ ਦਾ ਸਟਰਾ ਹੁੰਦਾ ਸੀ। ਪਿੱਛੇ ਕੀ ਹੋਇਆ, ਮਹਿਕਮੇ ਦੇ ਵਿੱਚ ਫ੍ਰੀ ਸਟਰਾ ਦੀਆਂ ਵੀ ਸਕੀਮਾਂ ਇਸ ਤਰ੍ਹਾਂ ਆਈਆਂ ਨੇ ਜਿਸ 'ਤੇ ਸਾਨੂੰ ਜ਼ਿਆਦਾ ਆਰਥਿਕ ਮੰਦਹਾਲੀ ਆਈ ਹੈ ਨਾ, ਤੇ ਉਹਦੇ ਥਰੂ ਮਤਲਬ ਵਾਲਾ ਫ੍ਰੀ AI ਕਰਾਊਗਾ। 50 ਰੁਪਏ ਕੌਣ ਦੇਊਗਾ ਫਾਰਮਰ? ਹਸਪੀਟਲਾਂ ਦੇ ਵਿੱਚ ਫ੍ਰੀ ਸੀ ਬਿਲਕੁਲ ਉਦੋਂ। ਹਾਂ, ਉਦੋਂ ਸਾਡਾ ਕੰਮ ਬਹੁਤ ਜ਼ਿਆਦਾ ਮੰਦੇ ਦੇ ਵਿੱਚ ਵੀ ਚਲਿਆ ਗਿਆ। ਹਾਂ, ਬਹੁਤ ਆਰਥਿਕ ਮੰਦਹਾਲੀ ਜਿੰਨਾ ਕੁ ਬਣਦਾ ਸੀ ਉਹ ਵੀ ਗਿਆ ਉਦੋਂ? ਬਿਲਕੁਲ ਜੀ। ਹੁਣ ਵੈਸੇ ਕਦੋਂ ਤੱਕ ਹੁਣ ਭੁੱਖ ਹੜਤਾਲ ਤੇ ਬੈਠੇ ਹੋ ਬਾਈ ਜੀ? ਅੱਜ 10ਵਾਂ ਦਿਨ ਹੋ ਗਿਆ, ਹੁਣ ਐਂ ਪ੍ਰਦਰਸ਼ਨ ਚੱਲਦਾ ਰਹੂਗਾ? ਬਿਲਕੁਲ, ਇਹਨੂੰ ਮਰਨ ਵਰਤ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਉਦੋਂ ਜੀ। ਹਾਂ ਠੀਕ ਹੈ। ਯਾਨੀ ਕਿ ਹੁਣ ਤਾਂ ਸਰਕਾਰ ਤੋਂ ਮੰਗ ਪੂਰੀ ਕਰਵਾਵੋਗੇ ਫੇਰ ਹੀ ਉਠੋਗੇ? ਹਾਂ ਬਿਲਕੁਲ, ਜਿੰਨਾ ਚਿਰ ਸਾਡੀ ਸੁਣੀ ਨਹੀਂ ਜਾਂਦੀ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਗੁਰਪ੍ਰੀਤ ਸਿੰਘ ਹੈ ਜੀ, ਕਿੱਥੋਂ ਗੁਰੂ ਜੀ? ਪੜੋ ਤੋਂ ਜੀ, ਠੀਕ ਹੈ। ਸੰਗਰੂਰ ਡਿਸਟ੍ਰਿਕਟ। ਠੀਕ ਹੈ। ਪਹਿਲਾਂ ਦੂਜੀਆਂ ਹੋਰ ਸਰਕਾਰਾਂ ਲੰਘੀਆਂ ਨੇ, ਪਹਿਲਾਂ ਵੀ ਮੰਗਾਂ ਰੱਖੀਆਂ ਗਈਆਂ ਸੀ ਤੁਹਾਡੀਆਂ? ਬਿਲਕੁਲ ਜੀ। ਕਾਂਗਰਸ ਸਰਕਾਰ ਵੇਲੇ ਵੀ ਮੰਗਾਂ ਰੱਖੀਆਂ ਨੇ ਅਸੀਂ ਨੇ, ਤੇ ਬਾਦਲ ਸਰਕਾਰ ਵੇਲੇ ਤਾਂ ਟ੍ਰੇਨਿੰਗ ਕੀਤੀ ਸੀ, ਉਦੋਂ ਤੋਂ ਹੀ ਲੈ ਕੇ ਮੰਗਾਂ ਮੰਗਦੇ ਆ ਰਹੇ ਹਾਂ ਅਸੀਂ। ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਚਲੀ ਗਈ, ਤੇ ਹੁਣ ਭਗਵੰਤ ਮਾਨ ਜੀ ਦੀ ਸਰਕਾਰ ਆ, ਤੇ ਸਾਡੀ ਇਹੋ ਮੰਗ ਹੈ। 14 ਸਾਲਾਂ ਤੋਂ ਲਗਾਤਾਰ ਅਸੀਂ ਇਹੋ ਮੰਗ ਰੱਖਦੇ ਆ ਰਹੇ ਹਾਂ ਜੀ। ਠੀਕ ਹੈ। ਬਿਲਕੁਲ, ਜਾਣੀ ਕਿ ਆਸ ਵੀ ਵੱਜ ਰਹੀ ਆ ਹੁਣ, ਜਿਵੇਂ ਟੈਂਕੀ ਤੋਂ ਉਤਾਰਿਆ ਸੀ ਤੁਹਾਨੂੰ ਭਗਵੰਤ ਸਿੰਘ ਮਾਨ ਨੇ, ਕਿਤੇ ਨਾ ਕਿਤੇ ਵੀ ਯਾਦ ਕਰਵਾਵੋਗੇ? ਆਸ ਵੀ ਹੈਗੀ ਹੈ ਜੀ, ਤੇ ਇੱਕ ਸਾਡਾ ਹੁਣ ਏਮ ਵੀ ਬਣ ਗਿਆ ਵੀ ਅਸੀਂ ਇੱਥੋਂ ਹੱਲਣਾ ਨਹੀਂ ਹੈਗਾ, ਠੀਕ ਹੈ। ਤੇ ਜਿਹੜਾ ਸਾਡਾ ਪ੍ਰੋਟੈਸਟ ਹੈ ਵੱਧਦਾ ਹੀ ਜਾਣਾ। ਇਹ ਹੁਣ ਤੱਕ ਕਦੇ ਇੰਨਾ ਵੱਡਾ ਪ੍ਰਦਰਸ਼ਨ ਕੀਤਾ ਨਹੀਂ ਤੁਸੀਂ? ਨਹੀਂ, ਕੀਤਾ ਤਾਂ ਹੈ, ਪਰ ਇਸ ਵਾਰ ਇਹ ਆ ਵੀ ਅਸੀਂ ਪ੍ਰਦਰਸ਼ਨ ਨੂੰ ਮਤਲਬ ਕਿ ਠੱਪ ਨਹੀਂ ਕਰਨਾ, ਠੀਕ ਹੈ। ਤੇ ਕੁਛ ਲੈ ਕੇ ਹੀ ਹਟਣਾ ਇਸਨੇ। ਠੀਕ ਹੈ। ਹਾਂਜੀ ਵੀ ਧਰਨਾ ਪ੍ਰਦਰਸ਼ਨ ਫੇਰ ਹੀ ਖਤਮ ਕਰੋਗੇ ਜਦੋਂ ਸਰਕਾਰ? ਜੀ, ਹੁਣ ਅਸੀਂ ਭੁੱਖ ਹੜਤਾਲ ਤੇ ਬੈਠੇ ਹਾਂ, ਤਾਂ ਜੇ ਸਾਨੂੰ ਪ੍ਰੋਟੈਸਟਾ ਤੇਜ਼ ਕਰਨਾ ਪਿਆ ਤਾਂ ਇਹਨੂੰ ਮਰਨ ਵਰਤ ਦੇ ਵਿੱਚ ਵੀ ਬਦਲਾਂਗੇ ਅਸੀਂ। ਠੀਕ ਹੈ। ਹਾਂਜੀ, ਯਾਨੀ ਕਿ ਹੁਣ ਨਹੀਂ ਪਿੱਛੇ ਹਟਦੇ? ਨਹੀਂ, ਪਿੱਛੇ ਨਹੀਂ ਹਟਣਾ ਜੀ। ਬਿਲਕੁਲ ਜੀ। ਸੋ AI ਯੂਨੀਅਨ ਪੰਜਾਬ ਵੈਟਰਨਰੀ ਕਿਤੇ ਨਾ ਕਿਤੇ ਜਿਹੜੇ ਪਸ਼ੂ ਪਾਲਣ ਵਿਭਾਗ ਨੇ 14 ਸਾਲ ਪਹਿਲਾਂ ਰੱਖੇ ਸਨ, ਉਹ ਯਾਨੀ ਕਿ ਫ੍ਰੀ 'ਚ ਰੱਖੇ। ਸਾਰੀ ਜਾਣਕਾਰੀ ਵੀ ਲਈ ਆ, ਖਬਰ ਤੁਸੀਂ ਦੇਖੀ ਆ। ਪਸ਼ੂ ਪਾਲਣ ਵਿਭਾਗ ਦਫ਼ਤਰ ਮੋਹਾਲੀ ਦੇ ਅੱਗੇ ਧਰਨਾ ਪ੍ਰਦਰਸ਼ਨ ਲੱਗਿਆ ਹੋਇਆ। ਪੂਰੇ ਪੰਜਾਬ ਦੇ ਆਗੂ ਪਹੁੰਚਦੇ ਨੇ, ਹਰ ਰੋਜ਼ ਭੁੱਖ ਹੜਤਾਲ ਤੇ ਬੈਠਦੇ ਨੇ, ਕਹਿ ਰਹੇ ਨੇ ਕਿ ਜਦੋਂ ਤੱਕ ਪੰਜਾਬ ਸਰਕਾਰ ਸਾਨੂੰ ਪੱਕੇ ਨਹੀਂ ਕਰਦੀ, ਸਾਡੀ ਤਨਖਾਹ ਨਹੀਂ ਲਾਉਂਦੀ, ਉਦੋਂ ਤੱਕ ਇਹ ਪ੍ਰਦਰਸ਼ਨ ਐਵੇਂ ਜਿਵੇਂ ਹੀ ਚੱਲਦਾ ਰਹੇਗਾ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਸ਼ੂ ਪਾਲਣ ਵਿਭਾਗ ਦੇ ਗੇਟ ਨੂੰ ਜਿੰਦਰਾ ਲਗਾਤਾ, ਅਤੇ ਗੇਟ ਨੂੰ ਜਿੰਦਰਾ ਲਾ ਕੇ ਉਸ ਦੇ ਅੱਗੇ ਬੈਠੇ ਨੇ ਅਤੇ ਪ੍ਰਦਰਸ਼ਨ ਕਰ ਰਹੇ ਨੇ। ਕਹਿ ਰਹੇ ਨੇ ਕਿ ਇਹ ਸਾਡਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਕੈਮਰਾਮੈਨ ਅਰਵਿੰਦਰ ਨੀਨੂ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।